ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ NRI ਵਰਲਡ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। NRI ਵਰਲਡ ਦੇ ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਗੱਲ ਕਰਾਂਗੇ ਕੈਨੇਡਾ ਵਿੱਚ ਵਰਕਪਲੇਸ ਵਾਇਲੈਂਸ ਅਤੇ ਹੈਰੈਸਮੈਂਟ ਦੀ। ਸ਼ੁਰੂਆਤ ਕਰਦੇ ਹਾਂ ਅੱਜ ਦੀ ਇਹ ਖਾਸ ਪੇਸ਼ਕਸ਼। ਬੀਤੇ ਕੁਝ ਮਹੀਨਿਆਂ ਪਹਿਲਾਂ ਕੈਨੇਡਾ ਦੀ ਗਵਰਨਰ ਜਨਰਲ ਜੂਲੀ ਪੇਟ ਉੱਤੇ ਪਾਰਲੀਮੈਂਟ ਦੇ ਕਰਮਚਾਰੀਆਂ ਵੱਲੋਂ ਹੈਰਾਸਮੈਂਟ ਦੇ ਇਲਜ਼ਾਮ ਲਗਾਏ ਗਏ ਸਨ, ਜਿਸ ਤੋਂ ਬਾਅਦ ਫੈਡਰਲ ਸਰਕਾਰ ਨੇ ਇਸ ਇਨਵੈਸਟੀਗੇਸ਼ਨ ਲਈ ਇੱਕ ਇੰਡੀਪੈਂਡੈਂਟ ਫਰਮ ਨੂੰ ਹਾਇਰ ਕੀਤਾ ਤੇ ਇਸ ਤੋਂ ਬਾਅਦ ਜੂਲੀ ਪੇਟ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਤੇ ਹੁਣ ਫੈਡਰਲ ਸਰਕਾਰ ਉੱਤੇ ਕਈ ਸਵਾਲ ਖੜੇ ਹੋ ਰਹੇ ਹਨ। ਫੈਡਰਲ ਸਰਕਾਰ ਤੋਂ ਪੁੱਛਿਆ ਜਾ ਰਿਹਾ ਹੈ ਕਿ ਜੂਲੀ ਪੇਟ ਦੀ ਇਸ ਪੋਜੀਸ਼ਨ ਲਈ ਕਿੰਨੀ ਕੇਅਰਫੁਲੀ ਜਾਂਚ ਕੀਤੀ ਗਈ ਸੀ ਤੇ ਨਾਲ ਹੀ ਸਰਕਾਰ ਨੇ ਇਹ ਐਲੀਗੇਸ਼ਨ ਜਨਤਕ ਕਰਨ ਦੇ ਵਿੱਚ ਇੰਨਾ ਟਾਈਮ ਕਿਉਂ ਲਿਆ। ਪੇਸ਼ ਹੈ ਇੱਕ ਖਾਸ ਰਿਪੋਰਟ। ਕੈਨੇਡਾ ਦੀ ਗਵਰਨਰ ਜਨਰਲ ਜੂਲੀ ਪੇਟ ਨੇ ਬੀਤੇ ਦਿਨੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਜੂਲੀ ਪੇਟ ਵੱਲੋਂ ਇਹ ਫੈਸਲਾ ਕੰਮ ਵਾਲੀ ਥਾਂ ਉੱਤੇ ਹੈਰਾਸਮੈਂਟ ਸੰਬੰਧੀ ਕੀਤੀ ਜਾਂਚ ਦੀ ਨਕਾਰਾਤਮਕ ਰਿਪੋਰਟ ਆਉਣ ਤੋਂ ਬਾਅਦ ਲਿਆ ਗਿਆ। ਜੂਲੀ ਪੇਟ ਨੂੰ 2017 ਦੇ ਵਿੱਚ ਇਸ ਅਹੁਦੇ ਲਈ ਨਿਯੁਕਤ ਕੀਤਾ ਗਿਆ ਸੀ। ਜੂਲੀ ਪੇਟ ਨੇ ਇੱਕ ਬਿਆਨ ਦੇ ਵਿੱਚ ਆਖਿਆ ਕਿ ਹਰ ਤਰ੍ਹਾਂ ਦੇ ਹਾਲਾਤ ਵਿੱਚ ਹਰ ਕਿਸੇ ਲਈ ਕੰਮ ਵਾਲੀ ਥਾਂ ਉੱਤੇ ਸਿਹਤਮੰਦ ਅਤੇ ਸੇਫ ਮਾਹੌਲ ਦਾ ਹੋਣਾ ਬੇहद ਜ਼ਰੂਰੀ ਹੈ। ਇੰਜ ਲੱਗਦਾ ਹੈ ਕਿ ਗਵਰਨਰ ਜਨਰਲ ਦੇ ਸੈਕਟਰੀ ਦੇ ਆਫਿਸ ਵਿੱਚ ਅਜਿਹਾ ਨਹੀਂ ਰਿਹਾ। ਉਹਨਾਂ ਨੇ ਆਖਿਆ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਰੀਡੋ ਹਾਲ ਦੇ ਵਿੱਚ ਕਾਫੀ ਤਣਾਅ ਵਾਲਾ ਮਾਹੌਲ ਰਿਹਾ ਹੈ, ਜਿਸ ਲਈ ਉਹਨਾਂ ਨੇ ਮੁਆਫੀ ਵੀ ਮੰਗੀ। ਜੂਲੀ ਪੇਟ ਦੇ ਅਸਿਸਟੈਂਟ ਅਸਾਂਟਾ ਡੀ ਲੋਰੈਂਜ਼ੋ ਨੇ ਵੀ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਜੂਲੀ ਪੇਟ ਖਿਲਾਫ ਕੰਮ ਵਾਲੀ ਥਾਂ ਉੱਤੇ ਕਰਮਚਾਰੀਆਂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਦੇ ਦੋਸ਼ ਲੱਗੇ ਸਨ, ਜਿਸ ਲਈ ਸਰਕਾਰ ਦੀ ਪ੍ਰੀਵੀ ਕਾਉਂਸਲ ਵੱਲੋਂ ਇਸ ਸੰਬੰਧੀ ਜਾਂਚ ਦੇ ਵਿੱਚ ਇੱਕ ਇੰਡੀਪੈਂਡੈਂਟ ਫਰਮ ਨੂੰ ਹਾਇਰ ਕੀਤਾ ਗਿਆ ਸੀ। ਇਸ ਜਾਂਚ ਦੇ ਮੁਕੰਮਲ ਹੋਣ ਤੋਂ ਬਾਅਦ ਇਸ ਦੇ ਨਤੀਜੇ ਨਕਾਰਾਤਮਕ ਰਹੇ। ਜੂਲੀ ਪੇਟ ਨੇ ਆਪਣੇ ਬਿਆਨ ਦੇ ਵਿੱਚ ਆਖਿਆ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਕਿਸੇ ਵੀ ਕਿਸਮ ਦੀ ਰਸਮੀ ਸ਼ਿਕਾਇਤ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਵਿਸਥਾਰਪੂਰਵਕ ਜਾਂਚ ਸ਼ੁਰੂ ਹੋ ਗਈ। ਉਹਨਾਂ ਨੇ ਆਖਿਆ ਕਿ ਇਹਨਾਂ ਦੋਸ਼ਾਂ ਨੂੰ ਉਹਨਾਂ ਵੱਲੋਂ ਅਜੇ ਵੀ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ। ਉਹਨਾਂ ਨੇ ਆਖਿਆ ਕਿ ਨਾ ਸਿਰਫ ਉਹਨਾਂ ਵੱਲੋਂ ਕੰਮ ਵਾਲੀ ਥਾਂ ਦੇ ਮੁਲਾਂਕਣ ਦਾ ਸਵਾਗਤ ਕੀਤਾ ਗਿਆ, ਸਗੋਂ ਵੱਡੀ ਗਿਣਤੀ ਦੇ ਵਿੱਚ ਆਪਣੇ ਮੁਲਾਜ਼ਮਾਂ ਨੂੰ ਉਸ ਵਿੱਚ ਹਿੱਸਾ ਲੈਣ ਲਈ ਹੱਲਾਸ਼ੇਰੀ ਵੀ ਦਿੱਤੀ ਗਈ। ਸਾਨੂੰ ਸਾਰਿਆਂ ਨੂੰ ਹਰ ਚੀਜ਼ ਦਾ ਤਜਰਬਾ ਵੱਖਰੀ ਤਰ੍ਹਾਂ ਹੁੰਦਾ ਹੈ, ਪਰ ਸਾਨੂੰ ਹਮੇਸ਼ਾ ਬਿਹਤਰ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਇੱਕ ਦੂਜੇ ਦੀ ਸਮਝ ਵੱਲ ਤਵੱਜੋ ਦੇਣੀ ਚਾਹੀਦੀ ਹੈ। ਇਸ ਦੌਰਾਨ ਕੈਨੇਡਾ ਦੇ ਇੰਟਰਗਵਰਨਮੈਂਟਲ ਅਫੇਅਰਸ ਮਿਨਿਸਟਰ ਡੋਮਿਨਿਕ ਲੈਬਲੌਨ ਨੇ ਆਖਿਆ ਕਿ ਇਸ ਰਿਪੋਰਟ ਵਿੱਚ ਕਈ ਗੰਭੀਰ ਅਤੇ ਚਿੰਤਾਜਨਕ ਗੱਲਾਂ ਸਾਹਮਣੇ ਆਈਆਂ ਹਨ। ਉਹਨਾਂ ਨੇ ਆਖਿਆ ਕਿ ਰਿਪੋਰਟ ਨੂੰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਨਤਕ ਕੀਤੇ ਜਾਣ ਦੀ ਸੰਭਾਵਨਾ ਹੈ। ਜੂਲੀ ਪੇਟ ਦੇ ਅਸਤੀਫੇ ਤੋਂ ਬਾਅਦ ਇੱਕ ਬਿਆਨ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹਨਾਂ ਨੂੰ ਪੇਟ ਦਾ ਅਸਤੀਫਾ ਹਾਸਲ ਹੋ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਬਿਆਨ ਦੇ ਵਿੱਚ ਆਖਿਆ ਕਿ ਕੈਨੇਡਾ ਸਰਕਾਰ ਦੇ ਹਰ ਮੁਲਾਜ਼ਮ ਨੂੰ ਸੇਫ ਅਤੇ ਹੈਲਦੀ ਮਾਹੌਲ ਦੇ ਵਿੱਚ ਕੰਮ ਕਰਨ ਦਾ ਪੂਰਾ ਹੱਕ ਹੈ ਅਤੇ ਇਸ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ। ਇਸ ਐਲਾਨ ਦੇ ਨਾਲ ਰੀਡੋ ਹਾਲ ਦੇ ਵਿੱਚ ਨਵੀਂ ਲੀਡਰਸ਼ਿਪ ਨੂੰ ਇੱਥੋਂ ਦੇ ਮੁਲਾਜ਼ਮਾਂ ਵੱਲੋਂ ਮੁਲਾਂਕਣ ਦੌਰਾਨ ਪ੍ਰਗਟਾਈਆਂ ਚਿੰਤਾਵਾਂ ਵੱਲ ਧਿਆਨ ਦੇਣ ਦਾ ਮੌਕਾ ਮਿਲੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵੀ ਆਖਿਆ ਕਿ ਚੀਫ ਜਸਟਿਸ ਆਫ ਕੈਨੇਡਾ ਰਿਚਰਡ ਵੈਗਨਰ ਅੰਤਰਿਮ ਗਵਰਨਰ ਜਨਰਲ ਵਜੋਂ ਸੇਵਾਵਾਂ ਨਿਭਾਉਣਗੇ। ਉਹਨਾਂ ਨੇ ਆਖਿਆ ਕਿ ਨਵੇਂ ਗਵਰਨਰ ਜਨਰਲ ਦੀ ਸਿਫਾਰਸ਼ਾਂ ਜਲਦ ਹੀ ਕੁਈਨ ਨੂੰ ਭੇਜ ਦਿੱਤੀਆਂ ਜਾਣਗੀਆਂ। ਕੰਜ਼ਰਵੇਟਿਵ ਆਗੂ ਐਲੀਨੋਰ ਟੂਲ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਮੰਗ ਕੀਤੀ ਹੈ ਕਿ ਅਗਲਾ ਗਵਰਨਰ ਜਨਰਲ ਚੁਣੇ ਜਾਣ ਸਮੇਂ ਵਿਰੋਧੀ ਪਾਰਟੀਆਂ ਨਾਲ ਵੀ ਸਲਾਹ ਮਸ਼ਵਰਾ ਕੀਤਾ ਜਾਏ। ਜ਼ਿਕਰਯੋਗ ਹੈ ਕਿ ਗਵਰਨਰ ਜਨਰਲ ਵੱਲੋਂ ਕੈਨੇਡਾ ਦੇ ਵਿੱਚ ਕੁਈਨ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਕੈਨੇਡਾ ਦੇ ਇਤਿਹਾਸ ਦੇ ਵਿੱਚ ਇਸ ਪੱਧਰ ਉੱਤੇ ਅਜਿਹੀ ਸਥਿਤੀ ਪਹਿਲੀ ਵਾਰੀ ਵੇਖਣ ਨੂੰ ਮਿਲੀ ਹੈ, ਜਿਸ ਨੂੰ ਲੈ ਕੇ ਹੁਣ ਕਈ ਸਵਾਲ ਖੜੇ ਹੋ ਰਹੇ ਹਨ। ਫਿਲਹਾਲ ਸਮਾਂ ਹੋ ਗਿਆ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਸਾਡੀ ਖਾਸ ਪੇਸ਼ਕਸ਼ ਆਧਾਰਿਤ ਹੈ ਕੈਨੇਡਾ ਵਿੱਚ ਵਰਕਪਲੇਸ ਵਾਇਲੈਂਸ ਅਤੇ ਹੈਰਾਸਮੈਂਟ ਸੰਬੰਧੀ। ਫੈਡਰਲ ਸਰਕਾਰ ਵੱਲੋਂ ਹਾਲ ਹੀ ਦੇ ਵਿੱਚ ਵਰਕਪਲੇਸ ਵਾਇਲੈਂਸ ਅਤੇ ਹੈਰਾਸਮੈਂਟ ਸੰਬੰਧੀ ਬਿੱਲ C-65 ਲਿਆਂਦਾ ਗਿਆ ਹੈ। ਇਹ ਬਿੱਲ ਸਾਰੀਆਂ ਫੈਡਰਲੀ ਰੈਗੂਲੇਟਡ ਇੰਡਸਟਰੀਜ਼ ਜਿਵੇਂ ਕਿ ਟਰਾਂਸਪੋਰਟੇਸ਼ਨ, ਕਮਿਊਨੀਕੇਸ਼ਨ, ਪਬਲਿਕ ਸਰਵਿਸਿਜ਼ ਵਰਗੀਆਂ ਇੰਡਸਟਰੀ ਦੇ ਵਿੱਚ ਨਵੀਆਂ ਜ਼ਿੰਮੇਵਾਰੀਆਂ ਦੇ ਨਾਲ ਲਾਗੂ ਕੀਤਾ ਗਿਆ ਹੈ। ਕੈਨੇਡਾ ਵਿੱਚ ਵਰਕਪਲੇਸ ਵਾਇਲੈਂਸ ਅਤੇ ਹੈਰਾਸਮੈਂਟ ਸੰਬੰਧੀ ਵਿਸਥਾਰ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੁਨਹਿਰੀ ਸੋਚ ਪ੍ਰੋਗਰਾਮ ਦੀ ਲੀਡ ਫੈਸਿਲੀਟੇਟਰ ਰਿੰਪਲ ਸੈਂਬੀ ਅਤੇ ਸਾਈਕੋਥੈਰੇਪਿਸਟ ਨਵਰੀਤ ਕੌਰ ਦੇ ਨਾਲ। ਸਤਿ ਸ਼੍ਰੀ ਅਕਾਲ ਰਿੰਪਲ, ਸਤਿ ਸ਼੍ਰੀ ਅਕਾਲ ਨਵਰੀਤ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PDC ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜਸਲੀਨ, ਥੈਂਕ ਯੂ ਸੋ ਮਚ। ਹਾਈ, ਸਤਿ ਸ਼੍ਰੀ ਅਕਾਲ ਜਸਲੀਨ, ਥੈਂਕ ਯੂ ਸੋ ਮਚ।
ਜਿਸ ਤਰ੍ਹਾਂ ਅਸੀਂ ਗੱਲ ਕਰਨ ਲੱਗੇ ਹੈਗੇ ਆ ਕੈਨੇਡਾ ਦੇ ਵਿੱਚ ਵਰਕਪਲੇਸ ਵਾਇਲੈਂਸ ਐਂਡ ਹੈਰਾਸਮੈਂਟ ਦੀ। ਰਿੰਪਲ ਜੀ, ਮੈਂ ਤੁਹਾਡੇ ਤੋਂ ਸ਼ੁਰੂਆਤ ਕਰਾਂਗੀ। ਹਮੇਸ਼ਾ ਅਸੀਂ ਦੇਖਿਆ ਹੈ ਕਿ ਹਮੇਸ਼ਾ ਅਸੀਂ ਸਕੂਲ ਦੇ ਵਿੱਚ ਹੈਰਾਸਮੈਂਟ, ਬੁਲਿੰਗ ਸੁਣੀ ਹੈ, ਆਨਲਾਈਨ ਵੀ ਸੁਣੀ ਹੈ, ਲੇਕਿਨ ਵਰਕਪਲੇਸ ਹੈਰਾਸਮੈਂਟ ਜਿਹੜਾ ਵਰਡ ਹੈ ਬਹੁਤ ਘੱਟ ਸੁਣਿਆ ਹੈਗਾ ਹੈ। ਸਭ ਤੋਂ ਪਹਿਲਾਂ ਤੁਹਾਡਾ ਵਿਊ ਜਾਨਣਾ ਚਾਹਾਂਗੇ ਇਸ ਬਾਰੇ, ਐਂਡ ਕੀ ਤੁਸੀਂ ਕਦੀ ਵਰਕਪਲੇਸ ਹੈਰਾਸਮੈਂਟ ਬਾਰੇ ਕੁਝ ਸਟੋਰੀਜ਼ ਸੁਣੀਆਂ ਹਨ? ਹਾਂਜੀ, ਬਿਲਕੁਲ। ਜਿੱਦਾਂ ਕਿ ਪਹਿਲੇ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਵਰਕਪਲੇਸ ਇੱਦਾਂ ਦੀ ਜਗ੍ਹਾ ਹੈ ਜਿੱਥੇ ਅਸੀਂ ਸਭ ਤੋਂ ਜ਼ਿਆਦਾ ਟਾਈਮ ਸਪੈਂਡ ਕਰਦੇ ਹਾਂ। ਸੋ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਸਾਨੂੰ ਇੱਕ ਹੈਲਥੀ ਵਰਕਪਲੇਸ ਐਨਵਾਇਰਨਮੈਂਟ ਮਿਲੇ। ਅਨਫੋਰਚੂਨੇਟਲੀ ਇਹ ਵੀ ਦੇਖਿਆ ਗਿਆ ਹੈ ਕਿ ਵੇਰੀਅਸ ਰੀਜ਼ਨਸ ਕਰਕੇ ਵਰਕਪਲੇਸ ਹਰਾਸਮੈਂਟਸ ਹੁੰਦੇ ਆਏ ਹੈ ਤੇ ਹਾਲੇ ਤੱਕ ਵੀ ਅਸੀਂ ਸੁਣਨ 'ਚ ਆ ਰਿਹਾ ਹੈ। ਵਰਕਪਲੇਸ ਹਰਾਸਮੈਂਟ ਮੇਰੇ ਪਰਸਨਲ ਮੈਂ ਆਪਣੇ ਕਰੀਅਰ 'ਚ ਬਹੁਤ ਵਾਰ ਸਟੋਰੀਜ਼ ਵੀ ਸੁਣੀ ਹੈ, ਦੇਖੀਆਂ ਵੀ ਹੈ, ਐਂਡ ਪਰਸਨਲੀ ਐਕਸਪੀਰੀਅੰਸ ਵੀ ਕੀਤਾ ਐਟ ਵਨ ਪੁਆਇੰਟ ਇਨ ਮਾਈ ਕਰੀਅਰ, ਹੈ ਨਾ। ਤੇ ਵਰਕਪਲੇਸ ਹਰਾਸਮੈਂਟ ਕੀ ਹੈਗਾ ਆ? ਜਦੋਂ ਜਿਹਦੇ ਨਾਲ ਵੀ ਤੁਸੀਂ ਕੰਮ ਕਰ ਰਹੇ ਹੋ, ਜੋ ਤੁਹਾਡਾ ਸੁਪਰਵਾਈਜ਼ਰ ਹੈ, ਮੈਨੇਜਰ ਹੈ, ਬੌਸ ਕਹਿ ਲਓ, ਜੋ ਦ ਪਰਸਨ ਯੂ ਰਿਪੋਰਟਿੰਗ ਟੂ, ਅਗਰ ਉਹਨਾਂ ਦਾ ਬਿਹੇਵੀਅਰ ਤੁਹਾਡੇ ਵੱਲ ਚੰਗਾ ਨਹੀਂ ਹੈ, ਚਾਹੇ ਉਹ ਕਹਿ ਲਓ ਕਿ ਵਰਬਲ ਅਬਿਊਜ਼ ਹੈ ਜਾਂ ਐਨੀ ਸੋਰਟ ਆਫ ਅਬਿਊਜ਼ਿਵ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਜਾਂ ਤੁਹਾਨੂੰ ਰਿਸਪੈਕਟਫੁਲੀ ਟਰੀਟ ਨਹੀਂ ਕੀਤਾ ਜਾਂਦਾ। ਆਈ ਮੀਨ, ਮੈਂ ਦੇਖਿਆ ਹੈ ਜਦੋਂ ਤੁਸੀਂ ਨਵੇਂ ਆਉਂਦੇ ਹੋ, ਬਹੁਤ ਇੱਦਾਂ ਦੇ ਨਵੇਂ ਇਮੀਗ੍ਰੈਂਟਸ ਜਾਂ ਫਿਰ ਈਵਨ ਜਿਹੜੇ ਨਵੇਂ ਬੱਚੇ ਸਟੂਡੈਂਟਸ, ਜਦੋਂ ਤੁਸੀਂ ਕਰੀਅਰ ਫੀਲਡ 'ਚ ਜਾਂਦੇ ਹੋ, ਤੁਸੀਂ ਨਵੀਂ ਜਗ੍ਹਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਕਈ ਵਾਰ ਨਹੀਂ ਪਤਾ ਹੁੰਦਾ ਤੁਹਾਡੇ ਰਾਈਟਸ ਕੀ ਆ। ਤੇ ਸਮਟਾਈਮਸ ਜੇ ਕੋਈ ਤੁਹਾਡਾ ਜੋ ਜਿਨ੍ਹਾਂ ਨੂੰ ਤੁਸੀਂ ਰਿਪੋਰਟ ਕਰ ਰਹੇ ਹੋ, ਅਗਰ ਉਹ ਬਹੁਤ ਚਿਰ ਤੋਂ ਉੱਥੇ ਹੈਗੀ ਹੈ, ਇੱਕ ਅਥਾਰਟੀ ਜੀ ਆ ਜਾਂਦੀ ਹੈ, ਇੱਕ ਪਾਰਸ਼ੈਲਿਟੀ ਜਿਹੀ, ਫੇਵਰਿਜ਼ਮ ਆ ਜਾਂਦਾ। ਤੇ ਕਈ ਵਾਰ ਉਹ ਨਵੇਂ ਬੰਦੇ ਜਿਹੜੇ ਸ਼ੁਰੂ ਕਰਦੇ ਆ ਉਹਨਾਂ ਨੂੰ ਜਾਂ ਤਾਂ ਜ਼ਿਆਦਾ ਕੰਮ ਦਿੰਦੇ ਆ, ਉਹਨਾਂ ਨੂੰ ਲੰਬੇ ਟਾਈਮ ਤੱਕ ਰੱਖਦੇ ਆ ਵਿਦਆਊਟ ਓਵਰ ਟਾਈਮ, ਐਂਡ ਉਹਨਾਂ ਨੂੰ ਇੱਦਾਂ ਦਾ ਉਹਨਾਂ ਦਾ ਬਿਹੇਵੀਅਰ ਹੁੰਦਾ ਹੈ ਕਿ ਉਹਨਾਂ ਤੇ ਵਰਕ ਪ੍ਰੈਸ਼ਰ ਜਿਹੜਾ ਵੱਧਦਾ ਰਹਿੰਦਾ ਆ, ਜਿਹਦੇ ਨਾਲ ਉਹਨਾਂ ਦੇ ਮੈਂਟਲ ਹੈਲਥ ਤੇ ਵੀ ਫਰਕ ਪੈਂਦਾ ਹੈ ਤੇ ਫਿਜ਼ੀਕਲ ਹੈਲਥ ਤੇ ਵੀ ਫਰਕ ਪੈਂਦਾ ਹੈ। ਤੇ ਨਾਟ ਜਸਟ ਉਹਨਾਂ ਦੇ ਨਾਲ, ਈਵਨ ਉਹਨਾਂ ਦੀ ਫੈਮਿਲੀ ਤੇ ਵੀ ਇਹਦਾ ਅਸਰ ਬਹੁਤ ਹੱਦ ਤੱਕ ਪੈਂਦਾ ਆ। ਜੀ ਜੀ। Yeah. ਨਵਰੀਤ, ਅਸੀਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਤੁਹਾਡਾ ਕੀ ਵਿਚਾਰ ਹੈਗਾ ਵਰਕਪਲੇਸ ਹਰਾਸਮੈਂਟ ਬਾਰੇ, ਐਂਡ ਕੀ ਲੱਗਦਾ ਹੈ ਕਿੰਨਾ ਕਾਮਨ ਹੈਗਾ ਹੈ? आई थिंक रिंपल ने काफ़ी अच्छी तरीके एक्सप्लेन किया कि वर्क प्लेस हरासमेंट की होंदा ते आई थिंक आई ऑल्सो होल्ड सेम थॉट्स। मैं उस थॉट्स नाल ही ये चीज़ नूं अगे दो तीन चीज़ां ऐड करूँगी। वर्क प्लेस हरासमेंट अगर आप देखिए तो स्पैशली जो रिंपल ने इमीग्रेंट्स वाला टॉपिक बोलिया सीगा, आई थिंक ये बहुत प्रोमिनेंट है आजकल। एंड पीपल लोगों को अपने राइट्स नहीं पता हैगे। काफ़ी लोगों के डर हैगा, वो इस चीज़ ਨੂੰ सहंदे ने। जिते आप अगर गल करिए तो लोग इस चीज़ ਨੂੰ सह लेंदे ने कि चलो कोई गल नहीं, आपां नूं होर कित्थे जॉब मिलूगी, आपां नूं किन्ने इशूज़ आउणगे। सो ਉਹਦੇ ਜਿਹੜੇ कॉन्सिक्वेंसिस है ਉਹਨਾਂ ਤੋਂ ਡਰ ਕੇ ਕਾफ़ी ਲੋਕ ਜਿਹੜੇ ਨੇ ਨਾ ਉਹ ਵਰਕਪਲੇਸ ਹਰਾਸਮੈਂਟ ਜਿਹੜੀ ਆਪਾਂ ਕਹਿੰਦੇ ਕਿ ਉੱਥੇ ਤੰਗ ਹੁੰਦੇ ਨੇ। ਅਗਰ ਮੈਂ ਸਿੰਪਲ ਸ਼ਬਦਾਂ ਦੇ ਵਿੱਚ ਕਹਾਂ, ਚਾਹੇ ਉਹ ਮੈਂਟਲੀ ਹੈ, ਫਿਜ਼ੀਕਲੀ ਹੈ, ਸੈਕਸ਼ੁਅਲੀ ਹੈ, ਫਿਨੈਂਸ਼ੀਅਲੀ ਹੈ, ਇਮੋਸ਼ਨਲੀ, ਕਿਸੇ ਵੀ ਤਰ੍ਹਾਂ ਦੀ ਅਗਰ ਆਪਣਾ ਨੂੰ ਹਰਾਸਮੈਂਟ ਹੈਗੀ ਹੈ ਸੋ ਹੋ ਰਹੀ ਹੈ। ਤੇ ਆਪਾਂ ਕਾਫੀ ਹਾਈ ਲੈਵਲ ਤੇ ਦੇਖਦੇ ਹਾਂ ਕਿ ਅਗਰ ਆਪਾਂ ਨਿਊ ਇਮੀਗ੍ਰੈਂਟਸ ਨੂੰ ਦੇਖੀਏ ਤਾਂ ਉਹਨਾਂ ਨਾਲ ਕਾਫੀ ਜ਼ਿਆਦਾ, ਬਿਕੋਜ਼ ਦੇ ਆਰ ਨਿਊ ਟੂ ਦ ਕੰਟਰੀ, ਉਹਨਾਂ ਨੂੰ ਰਾਈਟਸ ਇੰਨੇ ਪਤਾ ਨਹੀਂ ਹੁੰਦੇ। ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਅਗਰ ਪ੍ਰੋਬਲਮ ਆ ਰਹੀ ਹੈ ਤੇ ਇੱਥੇ ਕਿਹਦੇ ਕੋਲ ਜਾਣਾ ਹੈ। ਸੋ this is something which is very prevalent, and I think in my profession I see a couple cases every week. ਜੀ। Yeah. ਹਾਲ ਹੀ ਦੇ ਵਿੱਚ ਅਸੀਂ ਦੇਖਿਆ ਕਿ ਕੈਨੇਡਾ ਦੀ ਜਿਹੜੀ ਗਵਰਨਰ ਜਨਰਲ ਹੈ, ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਉਹਨਾਂ ਦਾ ਅਸਤੀਫਾ ਦੇਣ ਦਾ ਕਾਰਨ ਸੀਗਾ ਵਰਕਪਲੇਸ ਹਰਾਸਮੈਂਟ। ਉਹਨਾਂ ਦੇ ਜਿਹੜੇ EMPLOYEES ਸਨ, ਉਹਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਸੀਗਾ ਗਵਰਨਰ ਜਨਰਲ ਜੂਲੀ ਪੇਟ ਉੱਤੇ ਕਿ ਉਹ ਆਪਣੇ EMPLOYEES ਨੂੰ ਹੈਰਾਸ ਕਰਦੇ ਨੇ। ਪਰ ਜੇ ਦੇਖਿਆ ਜਾਏ, ਜਦੋਂ ਗਵਰਨਰ ਜਨਰਲ ਜੂਲੀ ਪੇਟ ਨੂੰ ਅਪੁਆਇੰਟ ਕੀਤਾ ਜਾ ਰਿਹਾ ਸੀਗਾ ਤਾਂ ਲੋਕਾਂ ਦੇ ਵਿੱਚ ਇੱਕ ਐਂਥੂਜ਼ਿਆਜ਼ਮ ਸੀਗਾ। ਸ਼ੀ ਇਜ਼ ਅ ਫੀਮੇਲ, ਸ਼ੀ ਇਜ਼ ਐਨ ਐਸਟਰੋਨੌਟ, ਸ਼ੀ ਵਾਜ਼ ਐਨ ਐਸਟਰੋਨੌਟ, ਐਂਡ ਬਾਇਲਿੰਗੁਅਲ ਸੀਗੇ, ਐਂਡ ਫਸਟ ਟਾਈਮ ਕੈਨੇਡਾ ਦੀ ਹਿਸਟਰੀ ਦੇ ਵਿੱਚ ਇੱਕ ਫੀਮੇਲ ਨੂੰ ਇਹ ਪੋਜੀਸ਼ਨ ਦਿੱਤੀ ਜਾ ਰਹੀ ਸੀਗੀ। ਸੋ ਇੱਕ ਅਲੱਗ ਐਂਥੂਜ਼ਿਆਜ਼ਮ ਸੀਗਾ, ਐਂਡ ਇੱਕ ਅਲੱਗ ਜੀ ਐਕਸਾਈਟਮੈਂਟ ਸੀਗੀ ਕੈਨੇਡੀਅਨਸ ਦੇ ਵਿੱਚ। ਪਰ ਹੁਣ ਜਦੋਂ ਇਹ ਸਾਹਮਣੇ ਆਇਆ ਕਿ ਉਹਨਾਂ ਨੇ ਆਪਣੇ ਵਰਕਰਸ ਦੇ ਨਾਲ ਹੈਰਾਸਮੈਂਟ ਕੀਤੀ ਹੈਗੀ ਹੈ, ਤੇ ਕਈ ਲੋਕਾਂ ਵੱਲੋਂ ਇਸ ਦੀ ਨਿਖੇਧੀ ਵੀ ਕੀਤੀ ਜਾ ਰਹੀ ਹੈ। ਔਰ ਦੇਖਿਆ ਜਾਏ ਤੇ ਕੈਨੇਡਾ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੈਗਾ।
ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਰਿੰਪਲ ਜੀ? ਹਾਂਜੀ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਇੱਕ ਜਦੋਂ ਸਪੈਸ਼ਲੀ ਫੀਮੇਲ ਜਦੋਂ ਇੱਦਾਂ ਦੀ ਹਾਇਰ ਪੋਜੀਸ਼ਨ 'ਚ ਅਪੋਇੰਟ ਹੁੰਦੀ ਹੈ ਤਾਂ ਬਹੁਤ ਹਾਈ ਹੋਪਸ ਹੋ ਜਾਂਦੀਆਂ ਹੈ, ਪਰ ਐਟ ਦੀ ਐਂਡ ਆਫ ਦ ਡੇ ਸਾਨੂੰ ਇਹ ਵੀ ਰੀਅਲਾਈਜ਼ ਕਰਨਾ ਪੈਂਦਾ ਹੈ ਅਹੁਦਾ ਜਿਹੜਾ ਹੈਗਾ ਆ ਉਹਦੇ ਨਾਲ ਫੀਮੇਲ ਔਰ ਮੇਲ ਦਾ ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਜੇ ਉਹਨਾਂ ਦੇ ਵਿੱਚ ਕੋਈ ਇਸ਼ੂਜ਼ ਹੈਗੇ ਆ, ਜੇ ਉਹਨਾਂ ਦੇ ਪਰਸਨਲ ਇਸ਼ੂਜ਼ ਹੈ, ਚਾਹੇ ਉਹ ਐਂਗਰ ਹੈ ਜਾਂ ਕੋਈ ਪਰਸਨਲ ਫਰਸਟ੍ਰੇਸ਼ਨਸ ਹੈ ਜਾਂ ਵਟ ਐਵਰ ਦੇ ਆਰ ਡੀਲਿੰਗ ਵਿਦ ਇਨ ਦੇਅਰ ਲਾਈਫ, ਹੈ ਨਾ, ਕਈ ਵਾਰ ਉਹ ਅੱਗੇ ਪਾਸ ਅਲੋਂਗ ਹੁੰਦੇ ਹੀ ਆ। ਜਿੱਦਾਂ ਕਿ ਈਵਨ ਜੂਲੀ ਇਹਦੇ ਵੀ ਕੇਸ 'ਚ ਉਹਦੇ ਜਿਹੜੇ ਪਾਸਟ ਹਿਸਟਰੀ ਜਦੋਂ ਦੇਖੀ ਜਾਏ ਤੇ she's had those issues before too, ਉਹਨਾਂ ਦਾ ਇੱਕ ਜਿੱਦਾਂ ਇਹ ਬਿਹੇਵੀਅਰ ਚੱਲਦਾ ਆਇਆ ਹੈ। ਅਨਫੋਰਚੂਨੇਟਲੀ ਜਦੋਂ ਇਹਨਾਂ ਦੀ ਪਲੇਸਮੈਂਟ ਹੋਈ ਸੀ ਆਹ ਚੀਜ਼ ਥੋੜੀ ਜਿਹੀ ਅਨਨੋਟਿਸ ਚੱਲ ਗਈ ਸੀਗੀ ਕਿ ਇਹਨਾਂ ਦਾ ਬੈਕਗਰਾਉਂਡ ਕੀ ਸੀਗਾ, ਹੈ ਨਾ। ਬੀਇੰਗ ਅ ਫੀਮੇਲ ਉਹ ਇਸ ਹਾਈਲਾਈਟ 'ਚ ਜ਼ਰੂਰ ਜ਼ਿਆਦਾ ਆਉਂਦੀ ਹੈ। ਤੇ ਅਗੇਨ ਐਟ ਦੀ ਐਂਡ ਆਫ ਦ ਡੇ ਵਰਕਪਲੇਸ ਹਰਾਸਮੈਂਟ ਇੱਦਾਂ ਦੀ ਚੀਜ਼ ਹੈ, ਔਰ ਜਦੋਂ ਗਵਰਨਰ ਜਨਰਲ ਦੇ ਲੈਵਲ ਤੇ ਅਸੀਂ ਗੱਲ ਕਰ ਰਹੇ ਹਾਂ, ਉਹ ਚਾਹੇ ਇੱਕ ਸਿੰਗਲ EMPLOYEE ਇੱਕ ਸਟੋਰ ਦਾ EMPLOYEE ਹੈ ਜਾਂ ਗਵਰਨਰ ਜਨਰਲ ਇਨ ਗਵਰਨਮੈਂਟ ਹਾਈ ਆਫਿਸਿਸ, ਕਿਤੇ ਵੀ ਐਕਸੈਪਟੇਬਲ ਨਹੀਂ ਹੈ। ਇਹ ਬਹੁਤ ਕਲੀਅਰ ਹੋ ਜਾਂਦਾ ਹੈ ਇਹਦੇ ਥਰੂ। ਐਂਡ ਇਸ ਕਰਕੇ ਜਸਟ that it was addressed, है ना, कि एक खुल के बाहर आया, ਇਹਦੇ ਬਾਰੇ ਗੱਲ ਕੀਤੀ ਗਈ ਤੇ ਉਹਨੇ ਇਹਨੂੰ ਸਮਝਿਆ, ਅੰਡਰਸਟੈਂਡ ਕੀਤਾ ਔਰ ਰਿਜ਼ਾਈਨ ਵੀ ਕੀਤਾ। ਇਹ ਬਹੁਤ ਵੱਡੀ ਗੱਲ ਕੀਤੀ ਜਾਂਦੀ ਹੈ। ਇਹ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਕੈਨੇਡਾ 'ਚ ਸਪੈਸ਼ਲੀ ਕਿ ਇੱਦਾਂ ਦੀ ਜਿਹੜਾ ਬਿਹੇਵੀਅਰ ਹੈ ਵਰਕਪਲੇਸ ਹਰਾਸਮੈਂਟ, ਅਬਿਊਜ਼ਿਵ ਬਿਹੇਵੀਅਰ, ਇਹ ਕਿਤੇ ਵੀ ਐਕਸੈਪਟ ਨਹੀਂ ਹੋਏਗਾ, ਚਾਹੇ ਉਹ ਕਿਸੇ ਨੋਰਮਲ ਵਰਕਪਲੇਸ 'ਚ ਜਾਂ ਵੱਡੇ ਤੋਂ ਵੱਡਾ ਵਰਕਪਲੇਸ। ਜੀ ਜੀ ਬਿਲਕੁਲ। ਐਂਡ ਜਿਸ ਤਰ੍ਹਾਂ ਅਸੀਂ ਹਮੇਸ਼ਾ ਹੀ ਦੇਖਿਆ ਕਿ ਕੈਨੇਡਾ ਵੱਲੋਂ ਜੈਂਡਰ ਇਕੁਆਲਿਟੀ, ਜੈਂਡਰ ਪੇ ਨੂੰ ਲੈ ਕੇ ਹਰ ਵਾਰੀ ਕਦਮ ਚੁੱਕੇ ਗਏ ਨੇ, ਹਰ ਵਾਰੀ ਆਵਾਜ਼ ਉਠਾਈ ਗਈ ਹੈ। ਹਾਲੇ ਵੀ ਕੈਨੇਡਾ ਵੱਲੋਂ ਜੈਂਡਰ ਇਕੁਆਲਿਟੀ ਪ੍ਰਤੀ ਆਵਾਜ਼ ਚੁੱਕੀ ਜਾ ਰਹੀ ਹੈ। ਨਵਰੀਤ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ, ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੀ ਟੂ ਮੂਵਮੈਂਟ ਨੇ ਕੁਝ ਚੇਂਜਸ ਲਿਆਂਦੇ ਨੇ? ਮੈਂ ਇਸ ਚੀਜ਼ ਨੂੰ ਜੈਂਡਰ ਇਕੁਐਲਿਟੀ ਤੋਂ ਕਿਤੇ ਉੱਪਰ ਕਹੂੰਗੀ। ਜਿਹੜਾ ਇਹ ਇਸ਼ੂ ਹੁਣ ਆਪਣੇ ਸਾਹਮਣੇ ਗਵਰਨਰ ਜਨਰਲ ਦਾ ਆ ਰਿਹਾ, ਇਹਦੇ ਵਿੱਚ ਮੈਂ ਕਹੂੰਗੀ ਅਗਰ ਫੀਮੇਲਸ ਨੂੰ ਜੈਂਡਰ ਇਕੁਐਲਿਟੀ ਗੁੱਡ ਚੀਜ਼ਾਂ ਲਈ ਦਿੱਤੀ ਜਾਂਦੀ ਹੈ, ਵੇਜਸ ਲਈ ਦਿੱਤੀ ਜਾਂਦੀ ਹੈ, ਆਵਰਸ ਲਈ ਦਿੱਤੀ ਜਾਂਦੀ ਹੈ, ਰੈਕੋਗਨੇਸ਼ਨ ਲਈ ਦਿੱਤੀ ਜਾਂਦੀ ਹੈ, ਤਾਂ ਆਈ ਥਿੰਕ ਇੱਥੇ ਬਹੁਤ ਵਧੀਆ ਹੈ। ਕਿਉਂਕਿ ਅਗਰ ਆਪਾਂ ਦੇਖੀਏ ਜਿਨ੍ਹਾਂ ਨੇ ਆਵਾਜ਼ ਉਠਾਈ ਹੈ ਉਹ ਮੇਲਸ ਨੇ। ਸੋ ਜ਼ਰੂਰੀ ਨਹੀਂ ਹਮੇਸ਼ਾ ਕਿ ਫੀਮੇਲਸ ਦੇ ਉੱਤੇ ਹੀ ਹਰਾਸਮੈਂਟ ਹੋਵੇ, ਉਹਨਾਂ ਨਾਲ ਹੀ ਗਲਤ ਵਿਵਹਾਰ ਕੀਤਾ ਜਾਵੇ। ਇਟ ਇਜ਼ ਵੈਰੀ ਮਚ ਨੈਚੁਰਲ, ਵੈਰੀ ਮਚ ਅਸੈਪਟੇਬਲ ਕਿ ਇਹ ਚੀਜ਼ਾਂ ਇੱਕ ਮੇਲ ਦੇ ਨਾਲ ਵੀ ਹੋ ਸਕਦੀਆਂ। ਐਂਡ ਆਈ ਐਮ ਵੈਰੀ ਪ੍ਰਾਊਡ ਕਿ ਇਸ ਚੀਜ਼ ਨੂੰ ਰੈਕੋਗਨਾਈਜ਼ ਕਰਕੇ ਮੀ ਟੂ ਮੂਵਮੈਂਟ ਦੇ ਵਿੱਚ ਇੱਕ ਆਵਾਜ਼ ਦਿੱਤੀ ਗਈ ਹੈ ਕਿ ਐਵਰੀਵਨ ਕੈਨ ਕਮ ਫਾਰਵਰਡ, ਇਹਨੂੰ ਬੋਲ ਸਕਦੇ ਨੇ ਕਿ ਜੀ ਹਾਂ ਅਸੀਂ ਵੀ ਇਸ ਚੀਜ਼ ਦੇ ਸ਼ਿਕਾਰ ਹੋਏ ਹਾਂ, ਚਾਹੇ ਉਹ ਮੇਲ ਹੈ, ਚਾਹੇ ਉਹ ਫੀਮੇਲ ਹੈ, ਜਾਂ ਉਹ ਕੋਈ ਵੀ ਜੈਂਡਰ ਜੋ ਆਪਣੇ ਆਪ ਨੂੰ ਰੈਕੋਗਨਾਈਜ਼ ਕਰਦੇ ਆ। ਐਂਡ ਆਈ ਥਿੰਕ ਕੈਨੇਡਾ ਸ਼ੁੱਡ ਬੀ ਵੈਰੀ ਪ੍ਰਾਊਡ ਕਿ ਇਸ ਚੀਜ਼ ਨੂੰ ਰੈਕੋਗਨਾਈਜ਼ ਕਰਕੇ ਉਹ ਅੱਗੇ ਆਏ ਨੇ। ਜੀ ਬਿਲਕੁਲ। ਨਵਰੀਨ, ਤੁਹਾਡੇ ਤੋਂ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਜਿਸ ਤਰ੍ਹਾਂ ਤੁਸੀਂ ਕਈ ਟਾਈਮ ਤੋਂ ਐਜ਼ ਅ ਸੋਸ਼ਲ ਵਰਕਰ ਵੀ ਕੰਮ ਕਰ ਰਹੇ ਹੋ, ਕਿ ਹੈਰਾਸਮੈਂਟ ਦਾ ਕੀ ਲਾਅ ਹੁੰਦਾ ਹੈ ਕੈਨੇਡਾ ਦੇ ਵਿੱਚ? ਕਿਸ ਤਰ੍ਹਾਂ ਅਗਰ ਕਿਸੇ ਨੇ ਕੋਈ ਕੰਪਲੇਂਟ ਫਾਈਲ ਕਰਨੀ ਹੈ ਹੈਰਾਸਮੈਂਟ ਨੂੰ ਲੈ ਕੇ, ਤੇ ਉਹ ਕਿਸ ਤਰ੍ਹਾਂ ਕਰ ਸਕਦਾ ਹੈ, ਐਂਡ ਕੀ ਇਸ ਦੇ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਹਨ? ਜਸਲੀਨ, ਮੈਂ ਸਭ ਤੋਂ ਪਹਿਲਾਂ ਕਹੂੰਗੀ ਕਿ ਅਗਰ ਆਪਾਂ ਕੈਨੇਡਾ ਦੀ ਸਾਈਟ ਤੇ ਜਾਈਏ, ਜਿਹੜੀ ਕਿ CIC ਕੈਨੇਡਾ ਕਰਕੇ ਆਪਣੀ ਸਾਈਟ ਹੈਗੀ, ਉਹਦੇ ਵਿੱਚ ਫਸਟ ਆਫ ਆਲ ਦੇयर इज अ ਵੈਰੀ ਬਿਗ ਐਕਸਪਲੇਨੇਸ਼ਨ ਦੈਟ ਟੈਲਸ ਕਿ ਕਿਸ ਚੀਜ਼ ਨੂੰ ਆਪਾਂ ਹਰਾਸਮੈਂਟ ਕਹਿ ਸਕਦੇ ਹਾਂ, ਕਿਸ ਚੀਜ਼ ਨੂੰ ਆਪਾਂ ਹਰਾਸਮੈਂਟ ਨਹੀਂ ਕਹਿ ਸਕਦੇ, ਤੇ ਕਿੱਦਾਂ ਉਹ ਚੀਜ਼ ਵਰਕ ਕਰਦੀ ਹੈ। Specifically, province by province, there are committees, there are organizations that are being set up and that recognize how to help. So अगर मैं BC ਦੀ ਗੱਲ ਕਰਾਂ, because right now मैं BC ਦੇ ਵਿੱਚ ਹਾਂ, ਤੇ WorkSafe BC ਕਰਕੇ ਇੱਥੇ ਇੱਕ organization ਹੈ, and you just they have their helpline number. You can just call them anytime and they help you, they understand, they figure out the problem and there's a solution. So I have a few of my clients who were going through something, and I know WorkSafe BC has helped them like anything. Like, oh, agge aande ne, they take all the matter in their hands and oh, थोड़ी पूरे हद तक जाके हेल्प कर देने। एंड इट इज़ वेरी मच हाई इन BC राइट नाउ दैट आई एम सीइंग बिकॉज ऑफ कोविड भी। अगर आप जे इस चीज़ ਨੂੰ ਥੋੜਾ ਜਿਹਾ ਕੋਵਿਡ ਨਾਲ ਵੀ ਰਿਲੇਟ ਕਰੀਏ ਤਾਂ ਜੌਬਸ ਘਟਦੀਆਂ ਜਾ ਰਹੀਆਂ ਨੇ, ਐਂਡ EMPLOYERS ਕੋਲ
ਲੋਕ ਵੱਧਦੇ ਜਾ ਰਹੇ ਨੇ, EMPLOYEES ਵੱਧਦੇ ਜਾ ਰਹੇ ਨੇ, so they have an opportunity to harass them, to deal ਜਿਸ ਮਰਜ਼ੀ ਵੇ ਦੇ ਵਿੱਚ ਉਹ ਡੀਲ ਕਰਨਾ ਚਾਹੁੰਦੇ ਨੇ। ਸੋ ਕੁਝ ਇਸ ਚੀਜ਼ ਕਰਕੇ ਵੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਓਪਰਚੁਨਿਟੀਜ਼ ਵਧੀਆਂ ਹੋਈਆਂ ਨੇ ਹਰਾਸਮੈਂਟ ਦੀਆਂ। ਜੀ, ਰਿੰਪਲ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਲੱਗਦਾ ਹੈ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕੀ ਅੱਗੇ ਆਉਂਦੇ ਨੇ, ਇਸ ਨੂੰ ਸਹਿੰਦੇ ਨਹੀਂ ਹਨ, ਅੱਗੇ ਆ ਕੇ ਇਸ ਪ੍ਰਤੀ ਇਸ ਦੇ ਖਿਲਾਫ ਆਪਣੀ ਆਵਾਜ਼ ਉਠਾਉਂਦੇ ਨੇ, ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਹਾਲੇ ਵੀ ਕਿਤੇ ਨਾ ਕਿਤੇ ਕੁਝ ਪਰਸੈਂਟੇਜ ਹੈਗੀ ਹੈ ਜੋ ਕਿ ਸ਼ਾਇਦ ਹਾਈ ਪਰਸੈਂਟੇਜ ਹੈ ਕਿ ਲੋਕੀ ਇਸ ਸੰਬੰਧੀ ਡਰਦੇ ਨੇ ਬੋਲਣ ਨੂੰ ਐਂਡ ਆਵਾਜ਼ ਨਹੀਂ ਉਠਾਉਂਦੇ ਨੇ? ਬਿਲਕੁਲ ਮੈਂ ਕਹਾਂਗੀ ਕਿ ਕਾਫੀ ਹੱਦ ਤੱਕ ਇਹ ਮੂਵਮੈਂਟ ਤੇ ਚੱਲਣ ਨਾਲ ਬਹੁਤ ਹੱਦ ਤੱਕ ਅਵੇਅਰਨੈਸ ਦੇ ਕਾਰਨ ਔਰ ਇੱਕ ਹੌਸਲਾ ਜਿਹਾ ਬਣਿਆ ਕਈਆਂ ਦਾ ਇਹ ਆਵਾਜ਼ ਚੱਕਣ ਲਈ ਕਿ ਬਈ ਅਸੀਂ ਜਾ ਕੇ ਹੈਲਪ ਲੈ ਸਕਦੇ, ਜਿੱਦਾਂ ਨਵਰੀਨ ਨੇ ਕਿਹਾ, ਬਿਕਾਜ਼ ਉਹਨਾਂ ਨੂੰ ਹੁਣ ਪਤਾ ਚੱਲ ਰਿਹਾ ਹੈ ਕਿ ਹੈਲਪ ਅਵੇਲੇਬਲ ਹੈਗੀ ਆ, ਤਾਂ ਉਹ ਆਵਾਜ਼ ਉਠਾਉਂਦੇ ਆ ਤੇ ਜਾਂਦੇ ਆ, ਹੈਲਪ ਲੈਂਦੇ ਆ। ਪਰ ਮੈਂ ਇਹ ਨਹੀਂ ਕਹਾਂਗੀ ਕਿ ਫੁੱਲੀ ਇਹਨੇ ਪੂਰਾ ਸਾਨੂੰ ਸਾਰਿਆਂ ਨੂੰ ਆਵਾਜ਼ ਦੇਤੀ ਹੈ, ਕਿਉਂਕਿ ਇਹਦਾ ਸਿਰਫ ਇੱਕੋ ਹੀ ਰੀਜ਼ਨ ਨਹੀਂ ਹੁੰਦਾ, ਸਾਰਿਆਂ ਦੇ ਸਰਕਮਸਟੈਂਸਿਸ ਡਿਫਰੈਂਟ ਹੁੰਦੇ ਆ। ਜਿੱਦਾਂ ਕਿ ਨਵਰੀਨ ਨੇ ਕਿਹਾ, ਅਗਰ ਅਸੀਂ ਕੋਵਿਡ ਦੇ ਟਾਈਮ ਤੇ ਇਹਨੂੰ ਸੋਚਣਾ ਚਾਹੀਏ ਕਿ ਕੋਵਿਡ ਦੇ ਟਾਈਮ ਹੁਣ ਜੌਬਾਂ ਘੱਟ ਹੋ ਗਈਆਂ, ਸਪੈਸ਼ਲੀ ਜਿੱਦਾਂ ਅਸੀਂ ਦੇਖਿਆ ਚਾਹੀਏ ਜਿਹੜੇ ਲਾਈਕ ਜੌਬਸ ਜਿਹੜੇ ਬੀ ਇਟ ਸੀਜ਼ਨਲ ਜੌਬਸ ਕਹਿ ਲਓ ਜਾਂ ਫਿਰ ਸਟੂਡੈਂਟਸ ਜਿਹੜੇ ਜੌਬਸ ਕਰ ਰਹੇ ਆ, ਬਿਕਾਜ਼ ਉਹਨਾਂ ਨੂੰ ਹੁਣ they have to work ਕਿਉਂਕਿ ਸਕੂਲਸ ਵਗੈਰਾ ਦਾ ਪੂਰਾ ਨਹੀਂ ਹੈ to support themselves and things like that। ਇਦਾਂ ਦੀ ਸਿਚੁਏਸ਼ਨ 'ਚ ਜਦੋਂ ਉਹ ਕੋਵਿਡ ਦੇ ਟਾਈਮ ਜੌਬਸ ਕਰ ਰਹੇ ਹੈ, ਕਈ ਵਾਰ ਉਹਨਾਂ ਦੇ ਨਾਲ ਹਲੇ ਵੀ ਮਿਸਬਿਹੇਵ ਹੁੰਦਾ ਆ, ਉਹਨਾਂ ਨੂੰ ਇਦਾਂ ਦੇ ਕੰਮ ਕਰਾਏ ਜਾਂਦੇ ਆ ਤਾਂ ਕਿ ਉਹ ਆਵਾਜ਼ ਨਾ ਚੱਕ ਸਕਣ, ਐਂਡ ਉਹਨਾਂ ਦੇ ਕੋਲ ਚੋਇਸ ਨਹੀਂ ਹੈ, ਬਿਕਾਜ਼ ਨਾਓ ਜੇ ਤਾਂ ਉਹਨਾਂ ਨੇ ਰੈਂਟ ਪੇ ਕਰਨਾ ਜਾਂ ਜੋ ਵੀ ਕਰਨਾ, ਉਹਨਾਂ ਨੂੰ ਪੇ ਚੈੱਕ ਚਾਹੀਦਾ ਆ, ਉਹਨਾਂ ਨੂੰ ਜੌਬ ਚਾਹੀਦੀ ਆ, ਉਹਨਾਂ ਨੂੰ ਪਤਾ ਹੈ ਕਿ ਬਾਹਰ ਹੁਣ ਇੰਨੀਆਂ ਜੌਬਾਂ ਅਵੇਲੇਬਲ ਨਹੀਂ ਹੈਗੀਆਂ, ਤੇ ਕਈ ਵਾਰ ਉਹ ਡਰ ਦੇ ਕਾਰਨ ਚੁੱਪ ਰਹਿੰਦੇ ਆ, ਈਵਨ ਦੋ ਹੁਣ ਉਹਨਾਂ ਨੂੰ ਪਤਾ ਹੈ ਕਿ ਰਿਸੋਰਸਿਸ ਅਵੇਲੇਬਲ ਹੈਗੇ ਆ, ਬਟ ਉਹਨਾਂ ਦੀ ਨੀਡਸ ਕੁਛ ਇੱਦਾਂ ਦੀ ਬਣ ਜਾਂਦੀਆਂ ਹੈ ਕਿ ਉਹ ਸਹਿੰਦੇ ਹੈ ਟੂ ਦ ਐਕਸਟੈਂਟ ਜਦੋਂ ਉਹ ਨਹੀਂ ਸਹਿ ਸਕਦੇ ਓਬਵੀਅਸਲੀ, ਐਂਡ ਦੈਨ ਉਹ ਕੁਛ ਨਾ ਕੁਛ ਕਰਦੇ ਆ। It's very unfortunate, even at COVID time, ਜਿੱਦਾਂ ਕਿ ਮੈਂ ਸੁਣਿਆ ਇੱਦਾਂ ਦੇ ਐਗਜ਼ਾਮਪਲਸ ਵੀ ਸੁਣੇ ਆ very near ones ਕਿ ਜਿੱਦਾਂ ਸਟੋਰਸ ਡਿਊਰਿੰਗ ਕੋਵਿਡ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਅਗਰ ਤੁਹਾਡੇ ਇੱਕ ਵੀ EMPLOYEE ਨੂੰ ਅਗਰ ਪੋਜ਼ਿਟਿਵ ਕੇਸ ਨਿਕਲਦਾ ਹੈ ਜਾਂ ਈਵਨ ਸਿੰਪਟਮਸ ਨਿਕਲਦੇ ਆ, ਯੂ ਹੈਵ ਟੂ ਮੇਕ ਸ਼ੋਰ ਕਿ ਉਹ ਟੈਸਟ ਕਰਨ, ਯੂ ਹੈਵ ਟੂ ਮੇਕ ਸ਼ੋਰ ਕਿ ਉਹ ਕੰਮ ਤੇ ਨਾ ਆਉਣ ਟੂ ਅਵੋਇਡ ਦ spread and everything, but unfortunately because the storekeeper ਜੋ ਵੀ ਹੈਗੇ ਆ ਉਹ ਨਹੀਂ let go ਕਰ ਸਕਦੇ even one employee, because ਉਹਨਾਂ ਕੋਲ only number of employees ਹੈ, ਤੇ ਉਹ ਉਹਨਾਂ ਨੂੰ ਕਹਿੰਦੇ ਨੇ no it's okay, you don't have to go, ਤੇ ਤੁਸੀਂ ਬਸ carry on ਕਰਦੇ ਰਹੋ, ਜਦ ਕਿ ਉਹਦਾ ਇਨਫਲੂਐਂਸ ਅੱਗੇ ਉਹਨਾਂ ਦੀ ਹੈਲਥ ਤੇ ਹੀ ਨਹੀਂ, ਉਹਨਾਂ ਦੇ ਬਾਕੀ EMPLOYEES ਈਵਨ ਕਸਟਮਰਸ ਤੇ ਪੈਂਦਾ ਆ। ਤੇ ਇਦਾਂ ਦੀ ਜਦੋਂ ਸਿਚੁਏਸ਼ਨ ਚੋਂ ਗੁਜ਼ਰਦੇ ਆ, ਅਨਫੋਰਚੂਨੇਟਲੀ EMPLOYEE ਜਿਹੜੇ ਹੁੰਦੇ ਆ ਉਹਨਾਂ ਦੇ ਹੱਥ 'ਚ ਥੋੜਾ ਘੱਟ ਹੋ ਜਾਂਦਾ, ਕਿਉਂਕਿ ਉਹਨਾਂ ਨੂੰ ਆਲਮੋਸਟ ਇੱਕ ਥ੍ਰੈਟਨ ਕੀਤਾ ਜਾਂਦਾ ਕਿ ਨਹੀਂ ਯੂ ਹੈਵ ਟੂ ਕੈਰੀ ਔਨ, ਯੂ ਕੈਨਟ ਟੇਕ ਟਾਈਮ ਆਫ। ਇਟਸ ਵੈਰੀ ਸੈਡ, ਵੈਰੀ ਅਨਫੋਰਚੂਨੇਟ, ਪਰ ਇਹ ਜਿੱਦਾਂ ਪਹਿਲੇ ਵੀ ਚੱਲਦਾ ਆ ਔਰ ਸਭ ਦੀ ਅਲੱਗ-ਅਲੱਗ ਰੀਜ਼ਨਸ ਕਰਕੇ ਹੁਣ ਵੀ ਚੱਲ ਰਿਹਾ ਹੈ। ਬਟ ਅਗੇਨ ਇੱਦਾਂ ਦੀ ਮੈਸ ਮੂਵਮੈਂਟ ਚੱਲਣ ਨਾਲ ਇਹ ਹੈ ਕਿ ਉਹਦੇ ਹੁਣ ਪਹਿਲੇ ਨਾਲੋਂ ਕੰਟਰੋਲਡ ਕੇਸਿਸ ਹੈਗੇ ਆ, ਹੁਣ ਬਹੁਤ ਘੱਟ ਕੇਸਿਸ ਹੈਗੇ ਆ ਕਿਉਂਕਿ ਅਵੇਅਰਨੈਸ ਹੈਗੀ ਹੈ ਐਂਡ ਰਿਸੋਰਸਿਸ। ਜੀ ਬਿਲਕੁਲ, ਬਹੁਤ ਵਧੀਆ ਪੁਆਇੰਟ ਤੁਹਾਡੇ ਵੱਲੋਂ ਰੇਸ ਕੀਤਾ ਗਿਆ ਰਿੰਪਲ ਜੀ। ਅਖੀਰ ਦੇ ਵਿੱਚ ਅਸੀਂ ਤੁਹਾਡੇ ਦੋਵਾਂ ਤੋਂ ਜਾਣਨਾ ਚਾਹਾਂਗੇ ਕੀ ਲੱਗਦਾ ਹੈ ਤੁਹਾਨੂੰ ਵਰਕ ਪਲੇਸ ਹਰਾਸਮੈਂਟ ਦਾ ਕਿਸ ਤਰ੍ਹਾਂ ਦਾ ਮੈਂਟਲ ਇਫੈਕਟ ਹੋ ਸਕਦਾ ਹੈ? So I'll go first. ਕਿਉਂਕਿ ਮੇਰਾ ਵੀ ਪਰਸਨਲ ਐਕਸਪੀਰੀਅੰਸ ਰਿਹਾ ਹੈ, ਜਦੋਂ ਮੈਂ ਆਪਣੇ ਇੱਕ ਸਿਚੁਏਸ਼ਨ 'ਚੋਂ ਗੁਜ਼ਰ ਰਹੀ ਸੀ ਵਰਕ ਪਲੇਸ ਹਰਾਸਮੈਂਟ ਵਾਲੀ, ਉਦੋਂ ਮੈਨੂੰ ਪਹਿਲੇ ਤਾਂ ਪਤਾ ਹੀ ਨਹੀਂ ਹੁੰਦਾ ਕਿ ਯੂ ਆਰ ਗੋਇੰਗ ਥਰੂ, ਬਿਕਾਜ਼ ਤੁਹਾਨੂੰ ਲੱਗਦਾ ਕਿ ਇਹ ਤਾਂ ਕੰਮ ਤੇ ਕਈ ਵਾਰ ਤੁਹਾਡਾ ਵਰਕਲੋਡ ਵੱਧ ਜਾਂਦਾ ਹੈ ਜਾਂ ਕਈ ਵਾਰ ਡਿਫਰੈਂਸਿਸ ਹੁੰਦੇ ਆ ਤੁਹਾਡੇ ਬੌਸ ਨਾਲ ਜਾਂ ਅਦਰ EMPLOYEES ਨਾਲ, ਤੇ ਥੋੜਾ ਜਿਹਾ ਮੈਂਟਲ ਸਟ੍ਰੈਸ ਵੱਧ ਜਾਂਦਾ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਉਹ ਤਾਂ ਪਾਰਟ ਆਫ ਦ ਜੌਬ ਹੈਗਾ। ਮੈਂਟਲ ਸਟ੍ਰੈਸ ਕਈ ਵਾਰ ਜ਼ਿਆਦਾ ਹੁੰਦਾ ਹੈ, ਕਈ ਵਾਰ ਘੱਟ ਹੁੰਦਾ ਹੈ ਐਟ ਵਰਕ। ਫਿਰ ਤੁਸੀਂ
ਇਹ ਨੋਟਿਸ ਨਹੀਂ ਕਰਦੇ ਕਿ ਤੁਹਾਡੀ ਸਿਹਤ ਕਿੱਦਾਂ ਡਾਊਨ ਜਾ ਰਹੀ ਹੈ, ਕਿਉਂਕਿ ਮੈਨੂੰ ਉਸ ਟਾਈਮ ਰਿਅਲਾਈਜ਼ ਨਹੀਂ ਹੋਇਆ ਕਿ ਹੁਣ ਮੈਂ ਹਰ ਵੇਲੇ ਇੰਨੀ ਟਾਇਰਡ ਕਿਉਂ ਫੀਲ ਕਰਦੀ ਹਾਂ, ਹਰ ਵੇਲੇ ਮੈਂ ਐਨਰਜੀ ਕਿਉਂ ਮੇਰੇ ਲੈਵਲ ਥੱਲੇ ਰਹਿੰਦੇ ਆ। ਫਿਰ ਹੌਲੀ ਹੌਲੀ ਮੈਨੂੰ ਆਪਣੀ ਸਿਹਤ ਥੱਲੇ ਜਾਣ ਲੱਗੀ। ਜਦੋਂ ਮੈਂ ਡਾਕਟਰ ਨਾਲ ਗੱਲ ਕੀਤੀ, ਉਹਨਾਂ ਨੇ ਵੀ ਪੁੱਛਿਆ, ਫਿਰ ਉਹਨਾਂ ਨੇ ਕਿਹਾ ਕਿ ਭਈਆ ਸਟ੍ਰੈਸ ਰਿਲੇਟਡ ਹੈਗਾ ਐਂਡ ਆਲ ਦੈਟ, ਐਂਡ ਨਾਟ ਜਸਟ ਦੈਟ, ਬਿਕੋਜ਼ ਮੇਰੀ ਸਿਹਤ ਥੱਲੇ ਸੀ, ਮੇਰਾ ਦਿਮਾਗ ਆਲਵੇਜ਼ ਆਕੂਪਾਈਡ ਸੀਗਾ, ਤੇ ਨਾ ਮੈਂ ਆਪਣੇ ਘਰ ਵਾਲਿਆਂ ਨਾਲ ਪੂਰਾ ਟਾਈਮ ਸਪੈਂਡ ਕਰ ਪਾ ਰਹੀ ਸੀ। ਆਈ ਵਾਜ਼ਨਟ ਫੰਕਸ਼ਨਿੰਗ ਐਟ ਮਾਈ ਹਾਈਐਸਟ ਲੈਵਲ, ਹੈ ਨਾ। ਤੇ ਅਸੀਂ ਰਿਅਲਾਈਜ਼ ਨਹੀਂ ਕਰਦੇ ਕਿਉਂਕਿ ਅਸੀਂ ਉਸ ਸਿਚੁਏਸ਼ਨ 'ਚ ਹੁੰਦੇ ਹਾਂ, ਪਰ ਉਹਦਾ ਅਸਰ ਹੌਲੀ ਹੌਲੀ ਤੁਹਾਨੂੰ ਦਿਖਣ ਲੱਗ ਜਾਂਦਾ ਹੈ, ਚਾਹੇ ਉਹ ਜਦੋਂ ਤੁਹਾਡੇ ਹੈਲਥ ਤੇ ਹੋ ਜਾਂਦਾ ਹੈ, ਫਿਰ ਤੁਹਾਡੇ ਘਰ-ਬਾਰ ਤੇ ਹੋਣ ਲੱਗ ਜਾਂਦਾ ਹੈ। ਤੇ ਉਹ ਲੱਕੀਲੀ ਮੈਂ ਕਾਫੀ ਆਈ ਥਿੰਕ ਫਿਊ ਈਅਰਸ ਡੀਲ ਕਰਨ ਤੋਂ ਬਾਅਦ ਮੈਂ ਰਿਅਲਾਈਜ਼ ਕੀਤਾ ਕਿ ਸਮਥਿੰਗਸ ਨਾਟ ਰਾਈਟ। there was one time ਫਿਰ ਮੈਂ ਕਿਹਾ okay I need to take a step and I did take a step। ਪਰ ਕਈ ਵਾਰ ਅਗਰ ਤੁਹਾਡੀ ਮਜਬੂਰੀਆਂ ਹੁੰਦੀਆਂ, ਉਹ ਤੁਹਾਨੂੰ ਇਹ ਰਿਅਲਾਈਜ਼ ਕਰਵਾਉਣ ਵੀ ਨਹੀਂ ਦਿੰਦੀਆਂ ਔਰ ਤੁਸੀਂ ਅੱਗੇ ਕੁਝ ਨਹੀਂ ਕਰ ਸਕਦੇ। ਸੋ ਇਹਦਾ ਅਸਰ ਬਹੁਤ ਦੂਰ ਤੱਕ ਜਾਂਦਾ ਆ, ਇੱਕ ਇਨਸਾਨ ਤੇ ਹੀ ਨਹੀਂ ਮੁੱਕਦਾ, ਉਹਦੇ ਆਲੇ ਦੁਆਲੇ ਵਾਲਿਆਂ ਤੇ ਵੀ ਪੂਰਾ ਅਸਰ ਹੁੰਦਾ ਹੈ, ਉਹਨਾਂ ਦੇ ਹੈਲਥ ਤੇ, ਉਹਨਾਂ ਦੇ ਮੈਂਟਲ ਸਟੇਟ ਤੇ ਉਹਨਾਂ ਦੇ ਘਰ ਵਾਲਿਆਂ ਦੀ ਮੈਂਟਲ ਸਟੇਟ ਤੇ। ਜੀ, ਜਿਸ ਤਰ੍ਹਾਂ ਨਵਰੀਨ ਤੁਸੀਂ ਵੀ ਮੈਂਸ਼ਨ ਕੀਤਾ ਸੀਗਾ ਕਿ ਜਿਹੜੀ ਵਰਕਪਲੇਸ ਹਰਾਸਮੈਂਟ ਹੈਗੀ ਹੈ ਉਹ ਸਿਰਫ ਔਰਤਾਂ ਦੇ ਨਾਲ ਨਹੀਂ ਬਲਕਿ ਮੈਨਸ ਦੇ ਨਾਲ ਵੀ ਹੋ ਸਕਦੀ ਹੈ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਸ ਤਰ੍ਹਾਂ ਦਾ ਮੈਂਟਲ ਇਫੈਕਟ ਹੁੰਦਾ ਹੈ ਵਰਕਪਲੇਸ ਹਰਾਸਮੈਂਟ ਦੇ ਨਾਲ। I think either ਉਹ ਮੈਨ ਨੇ ਜਾਂ ਫੀਮੇਲ ਨੇ, ਜਿਹੜਾ ਮੈਂਟਲ ਇਫੈਕਟ ਹੈ ਉਹ ਕਿਤੇ ਨਾ ਕਿਤੇ ਇੱਕ ਤਰ੍ਹਾਂ ਸੇਮ ਆਪਾਂ ਕਹਿੰਦੇ ਹਾਂ ਕਿ ਇਫੈਕਟ ਕਰਦਾ ਹੈਗਾ। ਈਵਨ ਕਿ ਅਗਰ ਉਹ ਸਮਾਲ ਮੈਨੀਪੂਲੇਸ਼ਨ ਵੀ ਅਗਰ ਤੁਹਾਡੇ ਵਰਕ 'ਤੇ ਤੁਹਾਡੇ ਨਾਲ ਹੋ ਰਹੀ ਹੈ, ਇਟ ਇਜ਼ ਕੰਸੀਡਰਡ ਹਰਾਸਮੈਂਟ। ਤੁਹਾਨੂੰ ਕੁਛ ਕਹਿ ਕੇ ਤੁਹਾਡੇ ਤੋਂ ਐਕਸਪੈਕਟ ਕੁਛ ਕੀਤਾ ਜਾਂਦਾ ਹੈ, ਐਕਸਟਰਾ ਲੌਂਗ ਆਵਰਸ ਤੁਹਾਡੇ ਤੋਂ ਐਕਸਪੈਕਟ ਕੰਮ ਕਰਿਆ ਜਾਂਦਾ, ਤੁਹਾਡੇ ਤੋਂ ਐਕਸਪੈਕਟ ਕਰਿਆ ਜਾਂਦਾ ਤੁਸੀਂ ਫ੍ਰੀ ਦੇ ਵਿੱਚ ਆਹ ਕਰ ਦਿਓ, ਕੁਛ separate ਕੰਮ ਕਰ ਦੋ। So that even those small things are manipulation, and we know ki workplace te agar I'll just quote a very small example. I was working at a place where I was paid same exactly jo ek male nu pay ho raha, but he was expected to work more because why? He was a 6 feet man and he could lift and he could push things as well. So ਇਹ ਛੋਟੀਆਂ ਛੋਟੀਆਂ ਇਹਨਾਂ ਨੂੰ ਆਪਾਂ ਹਰਾਸਮੈਂਟ ਹੀ ਕਹਿ ਸਕਦੇ ਹਾਂ। ਇੱਕ ਜਿਹੜਾ ਇੰਪਲੋਇਰ ਹੈ ਉਹ ਕਿਸੇ ਹੋਰ ਨੂੰ ਉਸ ਕੰਮ ਨੂੰ ਹਾਇਰ ਕਰਨ ਦੀ ਬਜਾਏ ਉਹ ਇਹ ਐਕਸਪੈਕਟ ਕਰਦਾ ਕਿ ਮੇਰਾ ਇੰਪਲੋਈ ਜੋ ਕਿ ਟਾਲ ਹੈ, ਹੈਵੀਲੀ ਬਿਲਟ ਹੈ, ਹੀ ਕੈਨ ਵਰਕ that amount। So I would say ਕਿ ਇਹ ਛੋਟੀਆਂ ਛੋਟੀਆਂ ਚੀਜ਼ਾਂ ਵੀ ਇੱਕ ਆਪਾਂ ਮੈਨੀਪੂਲੇਸ਼ਨ ਐਂਡ ਹਰਾਸਮੈਂਟ ਦੇ ਵਿੱਚ ਆ ਜਾਂਦੀਆਂ ਨੇ, ਤੇ ਇਹ ਬਹੁਤ ਹੀ ਨੈਗੇਟਿਵ ਇਫੈਕਟ ਉਸ ਪਰਸਨ ਦੀ ਪਰਸਨਲ ਸੈਲਫ ਰਿਸਪੈਕਟ ਤੇ ਕਰਦਾ। he thinks he's low to that kind ਕਿ ਉਹ ਕਰ ਸਕਦਾ, ਐਂਡ ਉਹ ਮੈਸੇਜ ਵੀ ਪਾਸ ਕਰਦਾ ਬਾਕੀ ਦੇ EMPLOYEES ਨੂੰ that ਨਹੀਂ ਅਗਰ ਉਹ ਕਰ ਰਿਹਾ ਤਾਂ ਸ਼ਾਇਦ ਮੈਂ ਵੀ ਕਰ ਸਕਦਾ। ਸੋ ਇੱਕ ਔਰਾ ਉਸ ਤਰ੍ਹਾਂ ਦਾ ਕ੍ਰੀਏਟ ਹੋ ਜਾਂਦਾ ਹੈ ਤੁਹਾਡੀ ਵਰਕ ਪਲੇਸ ਤੇ that makes it toxic, I would say। ਜੀ ਜੀ ਬਿਲਕੁਲ, ਬਹੁਤ ਵਧੀਆ ਲੱਗਿਆ ਤੁਹਾਡੇ ਦੋਹਾਂ ਦੇ ਨਾਲ ਗੱਲ ਕਰਕੇ, ਐਂਡ ਥੈਂਕ ਯੂ ਫॉर ਜੁਆਇਨਿੰਗ PTC ਪੰਜਾਬੀ ਵਾਂਸ ਅਗੇਨ, ਐਂਡ ਆਪਣੀ ਸਾਰੀ ਜਾਣਕਾਰੀ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ। ਥੈਂਕ ਯੂ ਐਂਡ ਪਲੀਜ਼ ਸਟੇ ਸੇਫ। Thank you. Thanks, Jasleen. Stay safe. ਸੋ NRI ਵਰਲਡ ਵਿੱਚ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਜੇ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਅਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।